प्यारे दर्शकों, यूट्यूब चैनल ਈਕੋਸਿਸਟਮ ਵਿਦ ਡਾਕਟਰ ਜਗਤਾਰ ਧੀਮਾਨ ਦੇ ਵਿੱਚ ਆਪ ਜੀ ਦਾ ਸਵਾਗਤ ਹੈ। ਅੱਜ ਜਿਸ ਵਿਸ਼ੇ ਤੇ ਆਪਾਂ ਗੱਲਬਾਤ ਕਰਾਂਗੇ ਉਹ ਹੈ ਕਿ ਈਕੋਸਿਸਟਮ। ਮੈਨੂੰ ਬਹੁਤ ਸਾਰੇ ਸੱਜਣਾਂ ਨੇ ਪੁੱਛਿਆ ਕਿ ਈਕੋਸਿਸਟਮ ਬਾਰੇ ਦੱਸੋ ਕਿ ਈਕੋਸਿਸਟਮ ਹੁੰਦਾ ਕੀ ਚੀਜ਼ ਹੈ। ਟ੍ਰੈਡੀਸ਼ਨਲ ਤੌਰ ਦੇ ਉੱਤੇ ਜੇ ਆਪਾਂ ਈਕੋਸਿਸਟਮ ਦੀ ਗੱਲ ਕਰੀਏ ਤਾਂ ਆਪਾਂ ਕਹਿੰਦੇ ਹਾਂ ਕਿ ਈਕੋਸਿਸਟਮ ਇੱਕ ਉਹ ਕਮਿਊਨਿਟੀ ਜਾਂ ਗਰੁੱਪ ਆਫ ਲਿਵਿੰਗ ਆਰਗੈਨਿਜ਼ਮਸ ਹੈ ਜਿਹੜੇ ਕਿਸੇ ਖੇਤਰ ਦੇ ਵਿੱਚ ਰਹਿੰਦੇ ਆ ਔਰ ਆਲੇ ਦੁਆਲੇ ਨਾਲ ਇੰਟਰੈਕਟ ਕਰਦੇ ਆ, ਵਾਤਾਵਰਨ ਦੇ ਨਾਲ ਇੰਟਰੈਕਟ ਕਰਦੇ ਆ। ਇਸ ਵਾਤਾਵਰਨ ਦੇ ਵਿੱਚ ਬਾਇਓਟਿਕ ਤੇ ਏਬਾਇਓਟਿਕ ਕੰਪੋਨੈਂਟ ਹੁੰਦੇ ਆ। ਬਾਇਓਟਿਕ ਮਤਲਬ ਜੀਵਤ, ਜਿਨ੍ਹਾਂ ਦੇ ਵਿੱਚ ਬੂਟੇ, ਪੇੜ ਪੌਦੇ, ਰੁੱਖ, ਜੀਵ ਜੰਤੂ, ਬੈਕਟੀਰੀਆ, ਉੱਲੀਆਂ, ਐਕਟੀਨੋਮਾਈਸਿਟਸ, ਇਸ ਤਰ੍ਹਾਂ ਦੇ ਸਾਰੇ ਜਿਹੜੇ ਆ ਜੈਵਿਕ ਚੀਜ਼ਾਂ ਜਿਹੜੀਆਂ ਉਹ ਆਉਂਦੀਆਂ। ਤੇ ਨੌਨ ਲਿਵਿੰਗ ਜਿਹੜੀਆਂ ਇਹ ਬਾਇਓਟਿਕ ਹੈ ਉਹਦੇ ਵਿੱਚ ਫਿਜ਼ੀਕਲ ਇਨਵਾਇਰਮੈਂਟ ਜਿਹੜਾ ਤਾਪਮਾਨ ਹੈ, ਨਮੀ ਹੈ, ਬੱਦਲ ਹੈ, ਝੱਖੜ ਹੈ, ਸਨੋਫਾਲ ਹੈ, ਬਾਰਿਸ਼ ਹੈ, ਇਸ ਤਰ੍ਹਾਂ ਦੇ ਜਿਹੜੇ ਔੜ ਹੈ, ਇਸ ਤਰ੍ਹਾਂ ਦੇ ਜਿਹੜੇ ਫੈਕਟਰ ਹੈਗੇ ਆ ਉਹ ਆ ਜਾਂਦੇ ਆ। ਉਹ ਕਿਸ ਤਰ੍ਹਾਂ ਇੰਟਰੈਕਟ ਕਰਦੇ ਉਸ ਨੂੰ ਈਕੋਸਿਸਟਮ ਦੇ ਵਿੱਚ ਲਿਆ ਗਿਆ। ਲੇਕਿਨ ਅੱਜ ਔਰ ਮੈਂ ਇਸ ਚੈਨਲ ਦੇ ਵਿੱਚ ਜਿਸ ਈਕੋਸਿਸਟਮ ਨੂੰ ਜਿਸ ਢੰਗ ਦੇ ਨਾਲ ਲਿਆ ਉਹ ਇੱਕ ਵੱਡੇ ਦਾਇਰੇ ਦੇ ਵਿੱਚ ਲਿਆ। ਉਸ ਈਕੋਸਿਸਟਮ ਦੇ ਵਿੱਚ ਮਨੁੱਖੀ ਗਤੀਵਿਧੀਆਂ ਵੀ ਸ਼ਾਮਲ ਹੈ, ਐਂਥਰੋਪੋਜੈਨਿਕ ਤੇ ਸਮਾਜਿਕ ਜਿਹੜੇ ਗਤੀਵਿਧੀਆਂ ਹੈ ਉਹ ਵੀ ਉਹਦੇ 'ਚ ਸ਼ਾਮਲ ਹੈ। ਚਾਹੇ ਉਹ ਸੁਸਾਇਟੀ ਦੇ ਵਿੱਚ ਕੀ ਕੁਛ ਹੋ ਰਿਹਾ ਔਰ ਮਨੁੱਖ ਦੀਆਂ ਕੀ ਗਤੀਵਿਧੀਆਂ ਹੈ, ਕੀ ਉਹਦਾ ਬਿਜ਼ਨਸ ਹੈ, ਕੀ ਆਰਥਿਕਤਾ ਹੈ, ਕੀ ਉਹਦੀ ਸਮਾਜ ਦੇ ਵਿੱਚ ਗਤੀਵਿਧੀ ਹੈ, ਕਿਸ ਤਰ੍ਹਾਂ ਦੀ ਉਹ ਪੋਲੀਟਿਕਸ ਹੈ, ਆਦਾਨ ਪ੍ਰਦਾਨ ਹੈ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕਿਸ ਤਰ੍ਹਾਂ ਆਵਾਜਾਈ ਦਾ ਸਾਧਨ ਹੈ, ਸਾਰਾ ਕੁਛ ਉਹਦੇ ਵਿੱਚ ਆ ਜਾਂਦਾ। ਜੇ ਆਪਾਂ ਈਕੋਸਿਸਟਮ ਨੂੰ ਵੱਡੇ ਪੱਧਰ ਦੇ ਉੱਤੇ ਲਈਏ ਤਾਂ ਈਕੋਸਿਸਟਮ ਦੇ ਅੰਦਰ ਬਹੁਤ ਸਾਰੇ ਛੋਟੇ ਈਕੋਸਿਸਟਮ ਹੁੰਦੇ ਆ। ਔਰ ਜੇ ਈਕੋਸਿਸਟਮ ਦੀ ਗੱਲ ਕਰੀਏ ਤਾਂ ਈਕੋਸਿਸਟਮ ਜਿਹੜਾ ਹੈ ਉਹ ਛੋਟੇ ਤੋਂ ਛੋਟਾ ਲੈ ਕੇ ਵੱਡੇ ਤੋਂ ਵੱਡਾ ਤੱਕ ਹੋ ਸਕਦਾ। ਇੱਕ ਪਾਣੀ ਦੀ ਇੱਕ ਛੋਟੀ ਜਿਹੀ ਬੂੰਦ ਤੋਂ ਲੈ ਕੇ ਇੱਕ ਪੂਰਾ ਜਿਹੜਾ ਦੁਨੀਆ ਦਾ ਗਲੋਬ ਹੈ ਉਸ ਦੀ ਗਤੀਵਿਧੀਆਂ ਸਾਰੀਆਂ ਇਸ ਈਕੋਸਿਸਟਮ ਦੇ ਵਿੱਚ ਸਮਾ ਜਾਂਦੀਆਂ। ਔਰ ਛੋਟਾ ਈਕੋਸਿਸਟਮ ਜਾਂ ਸਬ ਈਕੋਸਿਸਟਮ ਵੱਡੇ ਈਕੋਸਿਸਟਮ ਦੇ ਵਿੱਚ ਵਿਚਰਦਾ ਔਰ ਆਪਸ ਦੇ ਵਿੱਚ ਇੰਟਰੈਕਟ ਕਰਦਾ ਔਰ ਇਸ ਇੰਟਰੈਕਸ਼ਨ ਦੇ ਰਾਹੀਂ ਸਾਰਾ ਕੁਛ ਜਿਹੜਾ ਇਸ ਦਾ ਹੁੰਦਾ ਹੈ। ਔਰ ਕਈ ਤਰ੍ਹਾਂ ਦੇ ਈਕੋਸਿਸਟਮ ਹੈਗੇ ਆ ਕਿ ਈਕੋਸਿਸਟਮ ਦੇ ਵਿੱਚ ਮੇਨ ਤੌਰ ਦੇ ਉੱਤੇ ਫੰਕਸ਼ਨੈਲਿਟੀ ਉਹਦੀ ਇਸ ਚੀਜ਼ 'ਤੇ ਨਿਰਭਰ ਕਰਦੀ ਹੈ ਕਿ ਐਨਰਜੀ ਜਾਂ ਰਿਸੋਰਸਸ ਜਿਹੜਾ ਹੈ ਉਸ ਦਾ ਜਿਹੜਾ ਫਲੋ ਹੋ ਰਿਹਾ, ਉਸ ਦਾ ਆਦਾਨ ਪ੍ਰਦਾਨ ਹੋ ਰਿਹਾ। ਜਦੋਂ ਆਪਾਂ ਐਨਰਜੀ ਦੀ ਗੱਲ ਕਰਦੇ ਹਾਂ ਕਿ ਸੂਰਜ ਇੱਕ ਸਭ ਤੋਂ ਵੱਡਾ ਸਰੋਤ ਹੈ ਐਨਰਜੀ ਦਾ ਔਰ ਕੁਛ ਬਾਇਓਟਿਕ ਐਲੀਮੈਂਟਸ ਤੇ ਕੁਛ ਏਬਾਇਓਟਿਕ ਐਲੀਮੈਂਟਸ ਇਸ ਤਰ੍ਹਾਂ ਵਿਚਰਦੇ ਆ ਕਿ ਸੂਰਜ ਤੋਂ ਉਹ ਐਨਰਜੀ ਦੇ ਉੱਤੇ ਨਿਰਭਰ ਕਰਦੇ ਆ। ਜੇ ਆਪਾਂ ਬੂਟਿਆਂ ਦੀ ਗੱਲ ਕਰੀਏ, ਬੂਟੇ ਸੂਰਜ ਤੋਂ ਐਨਰਜੀ ਲੈ ਕੇ ਕਾਰਬਨ ਡਾਈਆਕਸਾਈਡ ਨੂੰ ਫਿਕਸ ਕਰਦੇ ਆ, ਫੋਟੋਸਿੰਥੇਸਿਸ ਕਰਦੇ ਆ, ਭੋਜਨ ਬਣਾਉਂਦੇ ਆ ਔਰ ਆਰਗੈਨਿਕ ਮਟੀਰੀਅਲ ਤਿਆਰ ਕਰਦੇ ਆ। ਉਹ ਆਰਗੈਨਿਕ ਮਟੀਰੀਅਲ, ਉਹ ਭੋਜਨ ਜਿਹੜਾ ਹੈ ਉਹ ਉਹਨਾਂ ਨੂੰ ਸਪਲਾਈ ਹੋ ਜਾਂਦਾ ਜਿਹੜੇ ਭੋਜਨ ਨਹੀਂ ਬਣਾ ਸਕਦੇ। ਜਿਹੜੇ ਭੋਜਨ ਬਣਾ ਸਕਦੇ ਉਹਨਾਂ ਨੂੰ ਆਟੋਟ੍ਰੋਫ ਕਿਹਾ ਜਾਂਦਾ ਔਰ ਜਿਹੜੇ ਭੋਜਨ ਨਹੀਂ ਬਣਾ ਸਕਦੇ ਉਹਨਾਂ ਨੂੰ ਆਪਾਂ ਹੈਟੀਰੋਟ੍ਰੋਫਸ ਕਿਹਾ ਜਾਂਦਾ। ਜੇ ਆਪਾਂ ਗੱਲ ਕਰੀਏ ਕਿ ਫਸਲ ਉਗਾ ਰਹੇ ਹਾਂ, ਕਣਕ ਉਗਾ ਰਹੇ ਹਾਂ, ਮੰਨ ਲਓ ਕਣਕ ਜਿਹੜੀ ਆ, ਬੂਟੇ ਜਿਹੜੇ ਕਣਕ ਦੇ ਆ ਉਹ ਇੱਕ ਆਟੋਟ੍ਰੋਫਸ ਹੋ ਗਏ, ਭੋਜਨ ਬਣਾਉਂਦੇ ਆ, ਉਹ ਟ੍ਰੋਫਿਕ ਲੈਵਲ 1 ਹੋ ਗਿਆ। ਇਸ ਦੇ ਉੱਤੇ ਨਿਰਭਰ ਕਰਦੇ ਆ ਚੂਹੇ, ਰੋਡੈਂਟਸ, ਉਹ ਇਸ ਨੂੰ ਖਾਂਦੇ ਆ। ਉਹ ਆਪਾਂ ਸਮਝਦੇ ਹਾਂ ਕਿ ਟ੍ਰੋਫਿਕ ਲੈਵਲ 2 ਹੋ ਗਿਆ ਜਾਂ ਉਹਦੇ ਪ੍ਰਾਇਮਰੀ ਕੰਜ਼ਿਊਮਰ ਹੋ ਗਏ। ਚੂਹਿਆਂ ਨੂੰ ਅੱਗੇ ਖਾਣ ਵਾਸਤੇ ਸਨੇਕਸ ਆ ਗਏ, ਸੱਪ ਆ ਗਏ ਔਰ ਸੱਪ ਜਿਹੜੇ ਹੈ ਉਹ ਸੈਕੰਡਰੀ ਕੰਜ਼ਿਊਮਰ ਹੋ ਗਏ, ਟ੍ਰੋਫਿਕ ਲੈਵਲ 3 ਹੋ ਗਏ। ਸੱਪ ਨੂੰ ਅੱਗੇ ਹੋਰ ਖਾਣ ਵਾਲਾ ਜਿਹੜਾ ਹੈ ਬਾਜ਼ ਆ ਜਾਂਦਾ, ਉਹਨੂੰ ਚੱਕ ਕੇ ਲੈ ਜਾਂਦਾ, ਉਹ ਉਸ ਨੂੰ ਕੰਜ਼ਿਊਮ ਕਰ ਦਿੰਦਾ, ਉਹ ਟਰਸ਼ਰੀ ਕੰਜ਼ਿਊਮਰ ਹੋ ਗਏ। ਜਿਸ ਵੇਲੇ ਸਾਰੇ ਕੰਜ਼ਿਊਮਰ ਆਟੋਟ੍ਰੋਫਸ ਤੋਂ ਲੈ ਕੇ ਜਾਂਦੇ ਤਾਂ ਅਲਟੀਮੇਟਲੀ ਉਹਨਾਂ ਦਾ ਜਿਹੜਾ ਡੈਥ ਹੋਣ ਤੋਂ ਬਾਅਦ, ਖਤਮ ਹੋਣ ਤੋਂ ਬਾਅਦ ਉਹਨਾਂ ਦੀ ਵੀ ਡੀਕੰਪੋਜੀਸ਼ਨ ਹੋ ਜਾਂਦੀ ਹੈ। ਉਹ ਬੈਕਟੀਰੀਆ ਜਾਂ ਪੁਟਰੀਫਾਈਂਗ ਮਾਈਕਰੋ ਆਰਗੈਨਿਜ਼ਮਸ ਹੈ ਉਹ ਉਹਨਾਂ ਨੂੰ ਕੰਜ਼ਿਊਮ ਕਰ ਦਿੰਦੇ ਆ ਔਰ ਉਹਨਾਂ ਦੇ ਜਿਹੜੇ ਐਲੀਮੈਂਟਸ ਹੈਗੇ ਆ ਜਿਸ ਦੇ ਉਹ ਬਣੇ ਹੋਏ ਹੁੰਦੇ ਆ ਉਹ ਸਾਰੇ ਰਿਲੀਜ਼ ਹੋ ਕੇ ਮੁੜ ਕੇ ਵਾਤਾਵਰਨ ਦੇ ਵਿੱਚ ਆ ਜਾਂਦੇ ਆ। ਜਿੱਦਾਂ ਆਪਾਂ ਕਹਿੰਦੇ 5 ਤੱਤ ਕਾ ਪੂਤਲਾ, ਉਸ ਦੀਆਂ ਸਾਰੀਆਂ ਗੈਸਾਂ, ਸਾਰੇ ਉਹਦੇ ਐਲੀਮੈਂਟ ਜਿਹੜੇ ਮੁੜ ਕੇ ਉਹ ਸਾਰੇ ਸਿਸਟਮ ਦੇ ਵਿੱਚ ਆ ਜਾਂਦੇ ਆ। ਇਸ ਤਰ੍ਹਾਂ ਈਕੋਸਿਸਟਮ ਜਿਹੜਾ ਉਹ ਚੱਲਦਾ। ਔਰ ਜਿਹੜੀਆਂ ਇਹ ਇੱਕ ਟ੍ਰੋਫਿਕ ਲੈਵਲ ਤੋਂ ਦੂਸਰਾ ਟ੍ਰੋਫਿਕ ਲੈਵਲ, ਤੀਸਰਾ ਟ੍ਰੋਫਿਕ ਲੈਵਲ, ਉਸ ਨੂੰ ਆਪਾਂ ਇਹ ਸਮਝਦੇ ਹਾਂ ਕਿ ਇਹ ਇੱਕ ਤਰ੍ਹਾਂ ਦੀ ਫੂਡ ਚੇਨ ਹੈ। ਔਰ ਫੂਡ ਚੇਨ ਜਦੋਂ ਇੱਕੋ ਵੇਲੇ ਬਹੁਤ ਸਾਰੀਆਂ ਫੂਡ ਚੇਨ
ਜਿਹੜੀਆਂ ਕੰਮ ਕਰਦੀਆਂ, ਇਹ ਇਕੱਠੀਆਂ ਜਿਹੜੀਆਂ ਫੂਡ ਚੇਨ ਜਦੋਂ ਕੰਮ ਕਰਦੀਆਂ ਉਹਨੂੰ ਫੂਡ ਵੈਬ ਕਿਹਾ ਜਾਂਦਾ ਹੈ। ਔਰ ਬਹੁਤ ਸਾਰੇ ਜਦੋਂ ਫੂਡ ਵੈਬ ਕੰਮ ਕਰਦੇ ਆ ਤਾਂ ਉਹਨਾਂ ਨੂੰ ਆਪਾਂ ਫੂਡ ਮੈਸ਼ ਕਿਹਾ ਜਾਂਦਾ। ਇਸ ਤਰ੍ਹਾਂ ਕਰਕੇ ਆਦਾਨ ਪ੍ਰਦਾਨ એનર્ਜੀ ਦਾ ਔਰ ਰਿਸੋਰਸਿਸ ਦਾ ਹੁੰਦਾ ਹੈ। ਔਰ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਈਕੋਸਿਸਟਮ ਕਈ ਤਰ੍ਹਾਂ ਦੇ ਹੁੰਦੇ ਆ, ਚਾਹੇ ਮਰੀਨ ਇਕੋਸਿਸਟਮ ਹੈ, ਰੇਗਿਸਤਾਨ ਦਾ ਇਕੋਸਿਸਟਮ ਹੈ, ਔਰ ਐਗਰੀਕਲਚਰਲ ਇਕੋਸਿਸਟਮ ਹੈ, ਹਿਊਮਨ ਇਕੋਸਿਸਟਮ ਹੈ। ਇਸ ਦੇ ਵਿੱਚ ਆਪਣੇ ਆਪਣੇ ਆਬਜੈਕਟਿਵ ਦੇ ਹਿਸਾਬ ਦੇ ਨਾਲ ਸਾਰੀਆਂ ਗਤੀਵਿਧੀਆਂ ਹੁੰਦੀਆਂ ਔਰ ਮਨੁੱਖ ਇਸ ਤੋਂ ਫਾਇਦਾ ਲੈਂਦਾ। ਔਰ ਜੇ ਇਕੋਸਿਸਟਮ ਦੀ ਜਿਹੜੀ ਆਪਾਂ ਸਮਝਦੇ ਬਰਕਰਾਰਤਾ ਉਹ ਬਣਾਉਣ ਰੱਖਣੀ ਹੈ ਤਾਂ ਆਪਾਂ ਸਮਝਦੇ ਹਾਂ ਕਿ ਇਕੋਸਿਸਟਮ ਦੇ ਵਿੱਚ ਇਨਪੁਟਸ ਤੇ ਆਊਟਪੁੱਟਸ ਜਿਹੜਾ ਹੈ ਉਹਦਾ ਸਮਨਵਲ ਹੋਣਾ ਚਾਹੀਦਾ। ਉਹ ਇਨਪੁਟਸ ਆਉਣਗੀਆਂ ਤਾਂ ਆਊਟਪੁੱਟ ਇਕੋਸਿਸਟਮ ਦੇ ਸਕੇਗਾ। ਔਰ ਹੋਇਆ ਕੀ ਕਿ ਸਮੇਂ ਦੇ ਨਾਲ ਨਾਲ ਮਨੁੱਖੀ ਸਭਿਅਤਾ ਜਿਹੜੀ ਹੈ ਉਹ ਇਕੋਸਿਸਟਮ ਦਾ ਸਹਾਰਾ ਲੈਂਦੀ ਰਹੀ। ਇਕੋਸਿਸਟਮ ਤੋਂ ਬਹੁਤ ਕੁਝ ਉਹਨਾਂ ਨੇ ਖਿੱਚ ਲਿਆ, ਮੋੜਿਆ ਘੱਟ। ਇਕੋਸਿਸਟਮ ਸਫਰ ਹੋਇਆ, ਇਕੋਸਿਸਟਮ ਦਾ ਡੈਮੇਜ ਹੋਇਆ, ਇਕੋਸਿਸਟਮ ਦੇ ਨਾਲ ਉਹਨਾਂ ਨੇ ਕਨਫਲਿਕਟ ਕੀਤਾ। ਔਰ ਇਕੋਸਿਸਟਮ ਜਦੋਂ ਡਿਟੀਰੀਓਰੇਟ ਕਰ ਜਾਂਦਾ ਬਹੁਤ ਵੱਡੇ ਨੁਕਸਾਨ ਜਿਹੜੇ ਆ ਉਹ ਹੋ ਜਾਂਦੇ ਆ। ਔਰ ਚਾਹੇ ਸਾਇੰਸ ਐਂਡ ਟੈਕਨੋਲੋਜੀ ਹੈ, ਚਾਹੇ ਮਨੁੱਖੀ ਉਦਮ ਹੈ, ਸਾਰਿਆਂ ਦਾ ਜਿਹੜਾ ਮਨਸ਼ਾ ਇੱਕੋ ਹੀ ਹੈ ਕਿ ਆਪਾਂ ਇਸ ਤੋਂ ਵੱਧ ਫਾਇਦਾ ਉਠਾਈਏ ਇਕੋਸਿਸਟਮ ਤੋਂ। ਔਰ ਇਸ ਕਰਕੇ ਇਕੋਸਿਸਟਮ ਦੀ ਬਰਕਰਾਰਤਾ ਜਿਹੜੀ ਜ਼ਰੂਰੀ ਹੈ। ਔਰ ਦੋ ਗੱਲਾਂ ਮੈਂ ਇੱਥੇ ਕਹਿਣੀਆਂ ਚਾਹਾਂਗਾ ਕਿ ਇਕੋਸਿਸਟਮ ਤਾਂ ਇੱਕ ਡਾਇਨਾਮਿਕ ਆ, ਇਹ 'ਚ ਸਦਾ ਹੀ ਗਤੀਸ਼ੀਲ ਰਹਿੰਦਾ ਔਰ ਇਹਦੇ ਵਿੱਚ ਰੈਸਿਲੀਅੰਸ ਹੈ। ਜੇ ਇਕੋਸਿਸਟਮ ਕਿਤੇ ਡਿਸਟਰਬ ਹੋ ਜਾਏ, ਜੇ ਇਕੋਸਿਸਟਮ ਕਿਤੇ ਉਹਦੇ 'ਚ ਵਿਗਾੜ ਪੈ ਜਾਏ ਤਾਂ ਇਹਦੇ 'ਚ ਇੰਨੀ ਕਪੈਸਿਟੀ ਹੁੰਦੀ ਹੈ ਕਿ ਆਪਣੇ ਆਪ ਨੂੰ ਰਿਕਵਰ ਕਰ ਸਕਦਾ। ਔਰ ਮਨੁੱਖਤਾ ਦਾ ਆਬਜੈਕਟਿਵ ਹੋਣਾ ਚਾਹੀਦਾ ਕਿ ਆਪਾਂ ਇਕੋਸਿਸਟਮ ਦੀ ਜਿਹੜੀ ਰੈਸਿਲੀਅੰਸ ਹੈ ਇਸ ਨੂੰ ਕਰਨ ਵਾਸਤੇ ਇਕੋਸਿਸਟਮ ਦੀ ਹੈਲਪ ਕਰੀਏ ਔਰ ਇਸ ਤਰ੍ਹਾਂ ਦੇ ਸਟੈਪਸ ਲਈਏ ਕਿ ਇਕੋਸਿਸਟਮ ਜਿਹੜਾ ਮੁੜ ਕੇ ਰਿਕਵਰ ਹੋ ਸਕੇ। ਔਰ ਇਕੋਸਿਸਟਮ ਦੇ ਵਿੱਚ ਜਾਂ ਨੇਚਰ ਦੇ ਵਿੱਚ ਕੋਈ ਵੀ ਚੀਜ਼ ਵਿਅਰਥ ਨਹੀਂ ਹੈ। ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਮੰਤਵ ਹੈ। ਹਰ ਚੀਜ਼ ਆਪਣੇ ਹਿਸਾਬ ਦੇ ਨਾਲ ਐਫੀਸ਼ੀਐਂਸੀ ਦਿੰਦੀ ਹੈ ਔਰ ਹਰ ਚੀਜ਼ ਪਰਪਸ ਦੇ ਹਿਸਾਬ ਨਾਲ ਅੱਗੇ ਵੱਧਦੀ ਹੈ। ਔਰ ਸਾਡੇ ਤਾਂ ਗੁਰੂਆਂ ਪੀਰਾਂ ਨੇ ਕਿਹਾ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਕਿ ਆਪਾਂ ਇਕੋਸਿਸਟਮ ਜਾਂ ਨੇਚਰ ਦੇ ਹਿਸਾਬ ਦੇ ਨਾਲ ਆਪਣੇ ਆਪ ਨੂੰ ਤਾਲਮੇਲ ਵਧਾਈਏ, ਇਹਨਾਂ ਦੀ ਇੱਜ਼ਤ ਕਰੀਏ, ਇਹਨਾਂ ਨੂੰ ਇੱਜ਼ਤ ਮਾਨ ਦਈਏ ਤਾਂ ਕਿ ਇਹ ਸਾਡਾ ਵੱਧ ਤੋਂ ਵੱਧ ਜਿਹੜਾ ਉਹ ਫਾਇਦਾ ਕਰ ਸਕਣ। ਅਤੇ ਮੈਂ ਸਮਝਦਾ ਕਿ ਚਾਹੇ ਉਹ ਸਰਕਾਰਾਂ ਆ, ਚਾਹੇ ਉਹ ਇੰਡੀਵਿਜੂਅਲ ਹਿਊਮਨ ਬੀਇੰਗ ਹੈ, ਚਾਹੇ ਕੋਈ ਵੀ ਹੈ, ਹਰ ਇੱਕ ਦੀ ਇੱਕ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਆਪਾਂ ਇਕੋਸਿਸਟਮ ਦੀ ਬਰਕਰਾਰਤਾ ਵਾਸਤੇ ਯਤਨਸ਼ੀਲ ਹੋਈਏ। ਸਰਕਾਰੀ ਤੌਰ ਦੇ ਉੱਤੇ ਇਸ ਤਰ੍ਹਾਂ ਦੇ ਉਦਮ ਹੋਣੇ ਚਾਹੀਦੇ ਹੈ ਕਿ ਇਕੋਸਿਸਟਮ ਦਾ ਜਿਹੜਾ ਰਾਈਟ ਹੈ, ਨੇਚਰ ਦਾ ਜਿਹੜਾ ਰਾਈਟ ਹੈ, ਉਸ ਦੀ ਜਿਹੜੀ ਆਪਾਂ ਹੈਲਪ ਕਰੀਏ। ਕਾਨੂੰਨੀ ਪ੍ਰਾਵਧਾਨ ਹੋਵੇ, ਕੰਸਟੀਟਿਊਸ਼ਨ ਦੇ ਵਿੱਚ ਇਸ ਤਰ੍ਹਾਂ ਦਾ ਪ੍ਰੋਵੀਜ਼ਨ ਹੋਵੇ। ਔਰ ਕਈ ਐਸੇ ਦੇਸ਼ ਹੈਗੇ ਆ ਜਿਸ ਤਰ੍ਹਾਂ ਇਕੁਆਡੋਰ, ਜਿਸ ਦੇ ਵਿੱਚ ਕੰਸਟੀਟਿਊਸ਼ਨਲ ਪ੍ਰੋਵੀਜ਼ਨ ਹੈ ਕਿ ਇਕੋਸਿਸਟਮ ਨੂੰ ਜਿਹੜਾ ਬਰਕਰਾਰ ਕਰਨਾ ਬਹੁਤ ਜ਼ਰੂਰੀ ਹੈ। ਇਕੋਸਿਸਟਮ ਨੂੰ ਬਰਕਰਾਰ ਕਰਨ ਵਾਸਤੇ ਮੈਂ ਸਮਝਦਾ ਕਿ ਇਕੋਸਿਸਟਮ ਦੀ ਜਿਹੜੀ ਐਕਰੋਨਿਮ ਹੈ ਕਿ ਕਿਹੜੇ ਸ਼ਬਦਾਂ ਤੋਂ ਇਕੋਸਿਸਟਮ ਬਣਦਾ, ਆਪਾਂ ਉਹਨਾਂ ਨੂੰ ਸਮਝੀਏ। ਜੇ ਆਪਾਂ ਇਕੋਸਿਸਟਮ ਹੈ, ਈ ਫਾਰ ਆਪਾਂ ਕਹਿੰਦੇ ਹਾਂ ਕਿ ਉਹਦੇ ਵਿੱਚ ਐਨਰਜੀ ਔਰ ਇਕੁਲਿਬਰੀਅਮ, ਅਤੇ ਆਪਾਂ ਸੀ ਫਾਰ ਕੰਜ਼ਰਵੇਸ਼ਨ, ਓ ਫਾਰ ਆਰਗੇਨਾਈਜੇਸ਼ਨ, ਐਸ ਫਾਰ ਸਸਟੇਨੇਬਿਲਿਟੀ, ਔਰ ਵਾਈ ਫਾਰ ਯਾਰਡ ਸਟਿਕ ਦੀ ਮੇਜਰਮੈਂਟ, ਔਰ ਐਸ ਫਾਰ ਸਿਨਰਜੀ, ਇਹਦੇ ਜਿਹੜੇ ਵੀ ਕੰਸਟੀਟਿਊਸ਼ਨ ਉਹਨਾਂ ਦੀ ਸਿਨਰਜੀ ਹੋਵੇ, ਔਰ ਟੀ ਫਾਰ ਟਰਾਂਸਪੇਰੇਬਿਲਿਟੀ, ਉਹਦੇ ਵਿੱਚ ਜਿਹੜੀ ਹੈ ਪਾਰਦਰਸ਼ਤਾ ਹੋਵੇ। ਔਰ ਇਸੇ ਤਰ੍ਹਾਂ ਹੀ ਈ ਫਾਰ ਇਕੁਲਿਬਰੀਅਮ ਜਾਂ ਇਕੁਟੀ ਇਹਦੇ ਵਿੱਚ ਹੋਣੀ ਚਾਹੀਦੀ ਹੈ। ਔਰ ਐਮ ਫਾਰ ਮੈਗਨੈਨਿਮਿਟੀ, ਕਿ ਇਸ ਤਰ੍ਹਾਂ ਜੇ ਆਪਾਂ ਮੈਗਨੈਨਿਮਿਟੀ ਦੇ ਨਾਲ ਚੱਲੀਏ ਤਾਂ ਇਕੋਸਿਸਟਮ ਸਾਡੇ ਲਈ ਵੀ ਮੈਗਨੈਨਿਮਸ ਹੋਏਗਾ। ਅਤੇ ਜੇ ਇਕੋਸਿਸਟਮ ਦੀ ਸਿਹਤ ਚੰਗੀ ਹੈ, ਇਕੋਸਿਸਟਮ ਦੀ ਬਰਕਰਾਰਤਾ ਹੈ, ਇਕੋਸਿਸਟਮ ਦਾ ਹੈਲਥ ਜਿਹੜਾ ਸਾਊਂਡ ਹੈ, ਤਾਂ ਉਹ ਮਨੁੱਖਤਾ ਵਾਸਤੇ ਲਾਹੇਵੰਦ ਹੋਵੇਗਾ। ਅਤੇ ਮੈਂ ਸਮਝਦਾ ਕਿ ਆਪਾਂ ਸਾਰਿਆਂ ਨੂੰ ਇਸ ਪਾਸੇ ਯਤਨਸ਼ੀਲ ਕਰਨਾ ਚਾਹੀਦਾ। ਔਰ ਸਾਡਾ ਜਿਹੜਾ ਇਕੋਸਿਸਟਮ ਵਿਦ ਡਾਕਟਰ ਜਗਤਾਰ ਧੀਮਾਨ ਚੈਨਲ ਦਾ ਵੀ ਮਤਲਬ ਇਹੀ ਹੈ ਕਿ ਆਪਾਂ ਲੋਕਾਂ ਨੂੰ ਇਕੋਸਿਸਟਮ ਦੀ ਸਿਹਤ ਵਾਸਤੇ, ਇਸ ਦੀ ਬਿਹਤਰੀ ਵਾਸਤੇ, ਇਸ ਦੀ ਚੜ੍ਹਦੀ ਕਲਾ ਵਾਸਤੇ ਯਤਨਸ਼ੀਲ ਕਰਨ ਦੀ ਪ੍ਰੇਰਨਾ ਦਈਏ। ਔਰ ਚਾਹੇ ਵਿਗਿਆਨਕ ਸੋਚ ਦੇ ਨਾਲ ਚੱਲੀਏ, ਚਾਹੇ ਆਪਾਂ ਹੋਰ ਗਤੀਵਿਧੀਆਂ ਦੇ ਨਾਲ ਆਪਾਂ ਕਰੀਏ, ਮਨੁੱਖਤਾ ਦੀ ਜਿਹੜੀ ਚਾਲ ਹੈ ਉਹ ਇਸ ਤਰ੍ਹਾਂ ਚੱਲਣੀ ਚਾਹੀਦੀ ਹੈ ਕਿ ਇਕੋਸਿਸਟਮ ਦੀ ਚਾਲ ਜਿਹੜੀ ਹੈ ਉਹ ਹੋਰ ਪੱਕੇ ਪੈਰੀਂ ਹੋਵੇ। ਤਾਂ ਮੈਂ ਸਮਝਦਾ ਕਿ ਇਕੋਸਿਸਟਮ ਤੋਂ ਵੱਧ ਫਾਇਦਾ ਲੈਣ ਲਈ ਇਕੋਸਿਸਟਮ ਦੀ ਬਰਕਰਾਰਤਾ ਜਿਹੜੀ ਹੈ ਉਹ ਹੋਣੀ ਬਹੁਤ ਜ਼ਰੂਰੀ ਹੈ। ਅਤੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਮਝਦਾ ਕਿ ਤੁਹਾਨੂੰ ਸਾਰਿਆਂ ਨੂੰ ਮੇਰੀ ਇਸ ਗੱਲਬਾਤ ਤੋਂ ਇੱਕ ਚੰਗਾ ਸੰਦੇਸ਼ ਮਿਲਿਆ ਹੋਵੇਗਾ। ਔਰ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਇਕੋਸਿਸਟਮ ਦੀ ਬਰਕਰਾਰਤਾ ਵਾਸਤੇ ਹੋਰ ਵੀ ਵਧੀਆ ਗੱਲਾਂ ਬਾਤਾਂ, ਹੋਰ ਵੀ ਵਧੀਆ ਵਿਸ਼ੇ ਲੈ ਕੇ ਅਸੀਂ ਹਾਜ਼ਰ ਹੋਈਏ, ਤੁਸੀਂ ਇਸ ਨੂੰ ਲਗਾਤਾਰ ਦੇਖੋ, ਇਸ ਨੂੰ ਸ਼ੇਅਰ ਕਰੋ, ਇਸ ਨੂੰ ਲਾਈਕ ਕਰੋ ਔਰ ਇਸ ਨੂੰ ਸਬਸਕ੍ਰਾਈਬ ਕਰੋ ਇਸ ਚੈਨਲ ਨੂੰ, ਤਾਂ ਕਿ ਇਕੋਸਿਸਟਮ ਵਿਦ ਡਾਕਟਰ ਜਗਤਾਰ ਧੀਮਾਨ ਤੁਹਾਡੀ ਸੇਵਾ ਦੇ ਵਿੱਚ ਵੱਧ ਤੋਂ ਵੱਧ ਨਵੇਂ ਵਿਸ਼ੇ ਲੈ ਕੇ ਹਾਜ਼ਰ ਹੋ ਸਕੇ। ਬਹੁਤ ਬਹੁਤ ਧੰਨਵਾਦ।